ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਜੋ ਅਖੰਡ ਕੀਰਤਨੀ ਜਥੇ ਦੇ ਬਾਨੀ ਨੇ, ਰੰਗਲੇ ਸੱਜਣ ਪੁਸਤਕ ਦੇ ਵਿੱਚ ਬੜੀ ਸੁੰਦਰ ਉਪਮਾ ਕਹੀ ਹੈ। ਐਸੇ ਰੰਗਲੇ ਸੱਜਣ ਮਹਾਂਪੁਰਸ਼ ਅਕਾਲੀ ਕੌਰ ਸਿੰਘ ਜੀ ਨਿਹੰਗ ਸਿੰਘ, ਅੱਜ ਉਹਨਾਂ ਦੀ ਮਿੱਠੀ ਨਿੱਘੀ ਯਾਦ ਨੂੰ ਸਮਰਪਿਤ ਇਹਨਾਂ ਗੁਰਮਤਿ ਸਮਾਗਮਾਂ ਵਿੱਚ ਹਾਜ਼ਰੀਆਂ ਲਵਾ ਰਹੇ ਹਾਂ। ਸਾਨੂੰ ਭਗਤ ਪੂਰਨ ਸਿੰਘ ਜੀ ਦਾ ਸਾਰਿਆਂ ਨੂੰ ਪਤਾ ਕਿ ਭਗਤ ਪੂਰਨ ਸਿੰਘ ਜੀ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਮਨੁੱਖਤਾ ਦੀ ਸੇਵਾ ਵਿੱਚ ਬਤੀਤ ਕੀਤੀ, ਔਰ ਉਹਨਾਂ ਨੂੰ ਸਾਰੇ ਆਪਾਂ ਭਗਤ ਰੂਪ ਕਰਕੇ ਜਾਣਦੇ। ਅਕਾਲੀ ਕੌਰ ਸਿੰਘ ਜੀ ਗੁਰੂ ਖਾਲਸੇ ਪੰਥ ਦੇ ਪੂਰਨ ਸਿੰਘ ਹਨ। ਭਗਤ ਪੂਰਨ ਸਿੰਘ ਤੇ ਅਕਾਲੀ ਕੌਰ ਸਿੰਘ ਵਿੱਚ ਕੋਈ ਫਰਕ ਨਹੀਂ। ਅਕਾਲੀ ਕੌਰ ਸਿੰਘ ਜੀ ਦਾ ਜਨਮ ਪੱਧਰ ਨਗਰ ਵਿਖੇ ਪਿਤਾ ਮਾਹ ਸਿੰਘ ਦੇ ਘਰ ਮਾਤਾ ਕਰਮ ਕੌਰ ਦੇ ਉਦਰ ਤੋਂ ਹੋਇਆ ਤੇ ਨਾਮ ਉਹਨਾਂ ਦਾ ਪੂਰਨ ਸਿੰਘ ਰੱਖਿਆ ਗਿਆ ਬਚਪਨ 'ਚ। ਅਕਾਲੀ ਕੌਰ ਸਿੰਘ ਜੀ ਦਾ ਜਿਹੜਾ ਪਰਿਵਾਰ ਦਾ ਪਿਛੋਕੜ ਹੈ, ਇਹ ਉਹਨਾਂ ਨਾਲ ਜਾ ਰਲਦਾ ਹੈ ਜਿਹੜੇ 9ਵੇਂ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਕਸ਼ਮੀਰ ਤੋਂ ਚੱਲ ਕੇ ਆਏ ਸਨ ਕਿ ਸਾਡਾ ਤਿਲਕ ਤੇ ਜੰਜੂ ਮਹਾਰਾਜ ਖਤਰੇ 'ਚ ਰੱਖਿਆ ਕਰੋ। ਉਹਨਾਂ ਪਰਿਵਾਰਾਂ ਦੇ ਵਿੱਚ ਅੱਗੇ ਗੁਰੂ ਕੀ ਸਿੱਖੀ ਆਈ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਮੇਂ ਉਹ ਸਿੰਘ ਸਜੇ। ਉਹ ਪੁਸ਼ਤਾਂ ਦੀ ਸਾਂਝ ਇਹਨਾਂ ਪਰਿਵਾਰਾਂ ਦੀ ਗੁਰੂ ਘਰ ਨਾਲ ਪਈ। ਉਸੇ ਪਰਿਵਾਰ ਚੋਂ ਭਾਈ ਮਾਹ ਸਿੰਘ ਜੀ ਸਨ ਜਿਨ੍ਹਾਂ ਦੇ ਘਰ ਅਕਾਲੀ ਕੌਰ ਸਿੰਘ ਜੀ ਦਾ ਜਨਮ ਹੋਇਆ। ਬਚਪਨ ਦਾ ਨਾਮ ਪੂਰਨ ਸਿੰਘ ਸੀ। ਨਗਰ ਦੇ ਵਿੱਚ ਗੁਰਮਤਿ ਦੀ ਵਿੱਦਿਆ ਲਈ, ਗੁਰਬਾਣੀ ਦੀ ਸੰਥਿਆ ਕੀਤੀ। ਸੰਸਕ੍ਰਿਤ, ਫਾਰਸੀ, ਹੋਰ ਬਹੁਤ ਸਾਰੀਆਂ ਭਾਸ਼ਾਵਾਂ ਨੂੰ ਗ੍ਰਹਿਣ ਕੀਤਾ। ਗੁਰਮਤਿ ਦੀ ਵਿੱਦਿਆ ਲਈ ਤਕਰੀਬਨ 15-16 ਸਾਲ ਦੀ ਉਮਰ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਬੜੇ ਸੁੰਦਰ ਪਾਠੀ ਅਕਾਲੀ ਕੌਰ ਸਿੰਘ ਜੀ ਬਣ ਗਏ। ਸਮਾਂ ਪਾ ਕੇ ਦਰਬਾਰ ਸਾਹਿਬ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਆਏ। ਸ੍ਰੀ ਹਜ਼ੂਰ ਸਾਹਿਬ ਦੀ ਯਾਤਰਾ ਨੂੰ ਗਏ। ਜਦੋਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਪਹੁੰਚੇ, ਉੱਥੇ ਜਾ ਕੇ ਅਕਾਲੀ ਜੀ ਨੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਦੇ ਹੈੱਡ ਗ੍ਰੰਥੀ, ਹੈੱਡ ਪੁਜਾਰੀ ਸਨ ਸਿੰਘ ਸਾਹਿਬ ਗਿਆਨੀ ਹਜ਼ੂਰਾ ਸਿੰਘ ਜੀ, ਉਹਨਾਂ ਦੇ ਕੋਲ ਜਾ ਕੇ ਅਕਾਲੀ ਜੀ ਨੇ ਖੰਡੇ ਦੀ ਪਹੁਲ ਛਕੀ। ਉੱਥੇ ਉਹਨਾਂ ਦਾ ਨਾਮ ਰੱਖਿਆ ਗਿਆ ਅਕਾਲੀ ਕੌਰ ਸਿੰਘ। ਨਾਮ ਰੱਖਿਆ ਗਿਆ ਕੌਰ ਸਿੰਘ। ਅਕਾਲੀ ਸ਼ਬਦ ਉਹਨਾਂ ਨੇ ਆਪਣੇ ਨਾਂ ਨਾਲ ਜੋੜਿਆ, ਕਿਉਂਕਿ ਅੱਜ ਵੀ ਹਜ਼ੂਰ ਸਾਹਿਬ ਤਖਤ ਸਾਹਿਬ ਦੀ ਇਹ ਮਰਜ਼ਾਦਾ ਹੈ ਕਿ ਜਦੋਂ ਵੀ ਕੋਈ ਉੱਥੇ ਅੰਮ੍ਰਿਤ ਪਾਨ ਕਰਦਾ ਹੈ, ਉਹਦਾ ਨਾਮ ਜਿਹੜਾ ਉਹ ਤਖਤ ਸਾਹਿਬ ਵੱਲੋਂ ਰੱਖਿਆ ਜਾਂਦਾ ਹੈ। ਤੋ ਪੂਰਨ ਸਿੰਘ ਜੀ ਦਾ ਨਾਮ ਬਦਲ ਕੇ ਅੰਮ੍ਰਿਤ ਛਕਣ ਤੋਂ ਬਾਅਦ ਜਿਹੜਾ ਨਾਮ ਰੱਖਣ ਦੀ ਮਰਿਆਦਾ ਪੰਥ ਵਿੱਚ ਹੈ, ਉਹ ਕੌਰ ਸਿੰਘ ਕਰਕੇ ਇਹਨਾਂ ਦਾ ਨਾਮ ਰੱਖਿਆ। ਅਕਾਲੀ ਕੌਰ ਸਿੰਘ ਬਣ ਕੇ ਸੰਸਾਰ ਦੇ ਵਿੱਚ ਪ੍ਰਗਟ ਹੋਏ। ਇੱਕ ਅਕਾਲੀ ਤੇ ਇੱਕ ਨਿਹੰਗ ਸਿੰਘ ਦਾ ਜੀਵਨ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਉਹ ਅਕਾਲੀ ਕੌਰ ਸਿੰਘ ਜੀ ਦੇ ਜੀਵਨ ਤੋਂ ਪਤਾ ਲੱਗਦਾ। ਪੰਥ ਦੇ ਮਹਾਨ ਵਿਦਵਾਨ ਭਾਈ ਕਾਹਨ ਸਿੰਘ ਜੀ ਨਾਭਾ, ਉਹ ਅਕਾਲੀ ਜੀ ਦੇ ਸਮਕਾਲੀ ਵੀ ਸਨ। ਜਦੋਂ ਉਹਨਾਂ ਨੇ ਮਹਾਨ ਕੋਸ਼ ਗ੍ਰੰਥ ਲਿਖਿਆ ਭਾਈ ਕਾਹਨ ਸਿੰਘ ਨਾਭਾ ਜੀ ਨੇ, ਤਾਂ ਉਹਦੇ ਵਿੱਚ ਉਹਨਾਂ ਨੇ ਤਸਵੀਰਾਂ ਦਿੱਤੀਆਂ ਹੋਈਆਂ ਕਿ ਇੱਕ ਨਿਰਮਲੇ ਸੰਪਰਦਾ ਦਾ ਜਿਹੜਾ ਮਹਾਂਪੁਰਸ਼ ਹੁੰਦਾ, ਉਹਦਾ ਭੇਸ ਕਿਹੋ ਜਿਹਾ ਹੁੰਦਾ, ਬਾਹਰੋਂ ਲਿਬਾਸ ਕਿਸ ਤਰ੍ਹਾਂ ਦਾ ਹੁੰਦਾ ਹੈ, ਉਦਾਸੀਆਂ ਦਾ ਸਰੂਪ ਕਿਹੋ ਜਿਹਾ ਹੁੰਦਾ ਹੈ, ਸਹਿਜਧਾਰੀ ਸਿੱਖ ਦਾ ਸਰੂਪ ਕਿਹੋ ਜਿਹਾ ਹੁੰਦਾ ਹੈ, ਤੇ ਅੱਡਣ ਸ਼ਾਹੀਆਂ ਦਾ ਸਰੂਪ ਕਿਸ ਤਰ੍ਹਾਂ ਦਾ ਹੁੰਦਾ ਹੈ। ਉਹ ਸਾਰੀਆਂ ਸੰਪਰਦਾਵਾਂ ਦਾ ਰੂਪ ਦੇ ਕੇ ਨਿਹੰਗ ਸਿੰਘ ਦਾ ਸਰੂਪ ਕਿਹੋ ਜਿਹਾ ਹੁੰਦਾ, ਉੱਥੇ ਉਹਨਾਂ ਨੇ ਅਕਾਲੀ ਕੌਰ ਸਿੰਘ ਜੀ ਦੀ ਫੋਟੋ ਲਾਈ ਹੋਈ ਕਿ ਇੱਕ ਨਿਹੰਗ ਸਿੰਘ ਦਾ ਜੀਵਨ ਇਸ ਤਰ੍ਹਾਂ ਦਾ ਹੁੰਦਾ। ਅਕਾਲੀ ਕੌਰ ਸਿੰਘ ਜੀ ਜਿਨ੍ਹਾਂ ਨੇ 20 ਸਾਲ ਦੀ ਮਸ਼ੱਕਤ ਘਾਲ ਕੇ, ਬੜੀ ਕਰੜੀ ਮਿਹਨਤ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਤੁਕ ਤਤਕਰਾ ਲਿਖਿਆ। ਹਜ਼ੂਰ ਸਾਹਿਬ ਗਏ,
ਉੱਥੇ ਜਦੋਂ ਸਿੰਘਾਂ ਦਾ ਜੀਵਨ ਵੇਖਿਆ, ਉੱਥੋਂ ਦੀ ਕਾਲਣਾ ਵੇਖੀ ਕਿ ਤਖਤ ਸਾਹਿਬ ਤੇ ਕਿਵੇਂ ਕਿਵੇਂ ਸਿੰਘ ਸੇਵਾਵਾਂ ਨਿਭਾਉਂਦੇ ਰਹੇ, ਤਾਂ ਉੱਥੋਂ ਸਾਰਾ ਡਾਟਾ ਇਕੱਠਾ ਕਰਕੇ ਅਕਾਲੀ ਜੀ ਨੇ ਇੱਕ ਪੁਸਤਕ ਲਿਖੀ, ਹਜੂਰੀ ਸਾਥੀ। ਇਤਨੀ ਕਮਾਲ ਦੀ ਪੁਸਤਕ ਲਿਖ ਕੇ ਉਹ ਪੰਥ ਨੂੰ ਦੇ ਕੇ ਗਏ ਕਿ ਜਿਹੜੇ ਸਿੰਘਾਂ ਨੇ ਹਜੂਰ ਸਾਹਿਬ ਵਿਖੇ ਗੁਰੂ ਕਲਗੀਧਰ ਪਾਤਸ਼ਾਹ ਤੋਂ ਬਾਅਦ ਸੇਵਾਵਾਂ ਨਿਭਾਈਆਂ, ਉਹਨਾਂ ਦਾ ਜੀਵਨ, ਉਹਨਾਂ ਦਾ ਜ਼ਿਕਰ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤੁਕ ਤਤਕਰਾ, ਅੱਜ ਕੱਲ੍ਹ ਅਸੀਂ ਮੋਬਾਈਲ 'ਚ ਪੰਕਤੀ ਭਰਦੇ ਹਾਂ ਤੇ ਸਾਰਾ ਸ਼ਬਦ ਪਤਾ ਲੱਗ ਜਾਂਦਾ ਹੈ, ਕਿਹੜੇ ਰਾਗ ਵਿੱਚ ਹੈ, ਕਿਹੜੇ ਅੰਗ ਦੇ ਉੱਤੇ ਲਿਖਿਆ, ਕਿਹੜੇ ਗੁਰੂ ਸਾਹਿਬ ਦਾ ਹੈ। ਪਰ ਅਕਾਲੀ ਜੀ ਨੇ ਉਹਨਾਂ ਦਿਨਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਤੁਕ ਤਤਕਰਾ ਵੀ ਇੱਕ ਪੰਕਤੀ ਲੈਣੀ ਤੇ ਉਹ ਇਸ ਪੰਕਤੀ ਨੂੰ ਪੜ੍ਹ ਕੇ ਵੀ ਕਿਹੜੇ ਰਾਗ ਵਿੱਚ ਹੈ, ਕਿਹੜੇ ਅੰਗ ਦੇ ਉੱਤੇ ਹੈ ਔਰ ਕਿਹੜੇ ਗੁਰੂ ਸਾਹਿਬ ਦੀ ਲਿਖੀ ਹੋਈ ਹੈ। ਉਹ ਏਡਾ ਵੱਡਾ ਗ੍ਰੰਥ, ਏਡਾ ਵੱਡਾ ਕਾਰਜ ਅਕਾਲੀ ਕੌਰ ਸਿੰਘ ਜੀ ਨੇ ਕੀਤਾ ਔਰ 20 ਸਾਲ ਦਾ ਤਕਰੀਬਨ ਉਹਨਾਂ ਨੂੰ ਸਮਾਂ ਲੱਗਾ ਇਹ ਸੇਵਾ ਕਰਦਿਆਂ। ਇੱਕ ਇੱਕ ਪੰਕਤੀ ਲਿਖਣੀ, ਉਹਨੂੰ ਅੱਖਰਾਂ ਮੁਤਾਬਕ ਲਿਖ ਕੇ ਫਿਰ ਉਹ ਪੰਕਤੀਆਂ ਲਿਖ ਕੇ ਨਿੱਕੀਆਂ ਨਿੱਕੀਆਂ ਪਰਚੀਆਂ ਦੇ ਉੱਤੇ ਸਾਂਭਣੀਆਂ, ਸਾਂਭ ਕੇ ਹੌਲੇ ਹੌਲੇ ਕਰਕੇ ਤਿਆਰ ਕਰਦਿਆਂ ਸਾਰਾ ਤਤਕਰਾ ਉਹਨਾਂ ਨੇ ਤਿਆਰ ਕੀਤਾ। ਔਰ ਉਹਨਾਂ ਦਿਨਾਂ ਦੇ ਵਿੱਚ ਜਦੋਂ ਆਵਾਜਾਈ ਦੇ ਸਾਧਨ ਅੱਜ ਵਾਂਗੂ ਨਹੀਂ ਸੀ, ਕਿੱਥੇ ਆ ਸਾਮ ਧੋਬੜੀ ਸਾਹਿਬ ਬ੍ਰਹਮਪੁੱਤਰ ਦਰਿਆ ਦੇ ਕੰਢੇ ਤੇ, ਉੱਥੇ ਅੱਜ ਵੀ ਸਿੱਖਾਂ ਦੀ ਗਿਣਤੀ ਨਾ ਮਾਤਰ ਹੈ। ਅਕਾਲੀ ਜੀ ਉਹਨਾਂ ਦਿਨਾਂ ਦੇ ਵਿੱਚ ਉੱਥੇ ਜਾ ਕੇ ਪ੍ਰਚਾਰ ਕਰਦੇ। ਧੋਬੜੀ ਸਾਹਿਬ ਅਸਾਮ ਦੇ ਇਲਾਕੇ 'ਚ, ਗੁਆਟੀ, ਢਾਕੇ ਵਿੱਚ, ਬੰਗਲਾਦੇਸ਼ ਜਾ ਕੇ, ਕਲਕੱਤੇ, ਤੇ ਆਮ ਕਰਕੇ ਉਹਨਾਂ ਦੀ ਯਾਤਰਾ ਦਾ ਸਾਧਨ ਜ਼ਿਆਦਾ ਸਾਈਕਲ ਹੁੰਦਾ ਸੀ ਜਾਂ ਟ੍ਰੇਨ ਤੇ ਜਾਂਦੇ ਸੀ। ਹਜੂਰ ਸਾਹਿਬ ਜਦੋਂ ਗਏ ਤੇ ਕਿੱਡੀ ਕਾਲਣਾ ਘਾਲ ਕੇ ਉੱਥੇ ਪਹੁੰਚੇ, ਉੱਥੇ ਜਾ ਕੇ ਸਾਰਾ ਇਤਿਹਾਸ ਵੇਖਿਆ, ਗੁਰੂ ਘਰ ਦਾ ਪ੍ਰਚਾਰ ਪ੍ਰਸਾਰ ਕੀਤਾ। ਇੱਧਰ ਕਾਬਲ ਤੱਕ ਅਫਗਾਨਿਸਤਾਨ ਦੇ ਵਿੱਚ, ਉੱਥੇ ਤੱਕ ਜਾ ਕੇ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੀ ਸੇਵਾ ਅਕਾਲੀ ਕੌਰ ਸਿੰਘ ਜੀ ਨਿਭਾਉਂਦੇ ਰਹੇ। ਖਾਸ ਕਰਕੇ ਜਿਹੜੇ ਕਸ਼ਮੀਰੀ ਸਿੱਖ ਸਨ, ਉਹਨਾਂ ਵਾਸਤੇ ਅਕਾਲੀ ਕੌਰ ਸਿੰਘ ਜੀ ਨੇ ਬੜੀ ਵੱਡੀ ਕਾਲਣਾ ਕਾਲੀ। ਆਪਣੇ ਪਟਿਆਲੇ ਸ਼ਹਿਰ ਵਿੱਚ ਗੁਰਦੁਆਰਾ ਕਸ਼ਮੀਰੀਆਂ ਕਰਕੇ ਪ੍ਰਸਿੱਧ ਹੈ, ਤ੍ਰਿਪੜੀ ਨਗਰ, ਤ੍ਰਿਪੜੀ ਵਿੱਚ, ਉੱਥੇ ਅੱਜ ਵੀ ਬਹੁਤ ਸਾਰੇ ਪਰਿਵਾਰ ਨੇ ਜਿਹੜੇ ਅਕਾਲੀ ਜੀ ਦੇ ਵਸਾਏ ਹੋਏ। ਜਦੋਂ ਦੇਸ਼ ਦੀ ਵੰਡ ਹੋਈ ਹੈ, ਦੇਸ਼ ਦੀ ਵੰਡ ਕਾਹਦੀ, ਪੰਜਾਬ ਦੀ ਵੰਡ ਹੋਈ, ਉਸ ਸਮੇਂ ਬਹੁਤ ਸਾਰੇ ਜਿਹੜੇ ਕਸ਼ਮੀਰ ਤੋਂ ਸਿੱਖ ਉੱਜੜ ਕੇ ਆਏ, ਉਹਨਾਂ ਨੂੰ ਅਕਾਲੀ ਜੀ ਨੇ ਕੈਂਪਾਂ ਦੇ ਵਿੱਚ ਬੜੀ ਮਸ਼ੱਕਤ ਘਾਲ ਕੇ ਉਹਨਾਂ ਦੇ ਰਹਿਣ ਸਹਿਣ ਦਾ ਪ੍ਰਬੰਧ ਕਰਵਾਇਆ ਔਰ ਉਹਨਾਂ ਦਿਨਾਂ ਦੇ ਵਿੱਚ ਬੋਰਡਿੰਗ ਸਕੂਲ ਬਣਵਾਏ ਜਿੱਥੇ ਲੜਕੀਆਂ ਨੂੰ ਵੀ ਵਿੱਦਿਆ ਪੜ੍ਹਾਈ ਜਾਵੇ। ਆਮ ਕਰਕੇ ਕਸ਼ਮੀਰ ਦੇ ਇਲਾਕੇ ਵਿੱਚ ਲੜਕੀਆਂ ਦੀ ਵਿੱਦਿਆ ਦੇ ਪ੍ਰਬੰਧ ਵਾਸਤੇ ਬਹੁਤ ਢਿੱਲ ਸੀ। ਅਕਾਲੀ ਜੀ ਨੇ ਗੁਰੂ ਨਾਨਕ ਆਸ਼ਰਮ ਦੇ ਨਾਮ ਦੇ ਉੱਤੇ ਇੱਕ ਸਕੂਲ ਦੀ ਸਥਾਪਨਾ ਕੀਤੀ ਜਿੱਥੇ ਬੱਚੀਆਂ ਵਾਸਤੇ ਵੀ ਪੜ੍ਹਾਈ ਦੇ ਪ੍ਰਬੰਧ ਕੀਤੇ ਗਏ, ਜਿੱਥੇ ਉਹਨਾਂ ਨੇ ਬਹੁਤ ਸਾਰੀ ਵਿੱਦਿਆ ਪੜ੍ਹ ਕੇ ਉਹ ਬੱਚੀਆਂ ਕਾਮਯਾਬ ਵੀ ਹੋਈਆਂ। ਬਹੁਤ ਸਾਰੇ ਨੌਕਰੀਆਂ ਦੇ ਵਿੱਚ ਜਾ ਕੇ ਉਹਨਾਂ ਨੇ ਅੱਗੇ ਸੇਵਾਵਾਂ ਨਿਭਾਈਆਂ ਤੇ ਬੜੀ ਦੂਰ ਅੰਦੇਸ਼ੀ ਬਿਰਤੀ ਤੇ ਪੰਥ ਦੇ ਪ੍ਰਚਾਰ ਪ੍ਰਸਾਰ ਵਾਸਤੇ ਹਮੇਸ਼ਾ ਹੀ ਅੱਗੇ ਹੋ ਕੇ ਤਤਪਰ ਰਹਿਣਾ, ਗੁਰੂ ਘਰ ਦੀ ਸੇਵਾ ਵਾਸਤੇ ਕਦੇ ਆਲਸ ਨਾ ਕਰਨਾ। ਅਕਾਲੀ ਜੀ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਕਿਤਨਾ ਪਿਆਰ, ਉਹ ਮੈਂ ਅਕਸਰ ਅੱਗੇ ਵੀ ਕਥਾ ਦੇ ਵਿੱਚ ਬਹੁਤ ਵਾਰੀ ਜ਼ਿਕਰ ਕਰਦਾ ਹੁੰਨਾ। ਅਕਾਲੀ ਕੌਰ ਸਿੰਘ ਜੀ ਚਨਾਰ ਦੇ ਇਲਾਕੇ 'ਚ ਵਿਚਰ ਰਹੇ ਸਨ ਤੇ ਇੱਕ ਨਗਰ ਵਿੱਚ ਗੁਰੂ ਘਰ ਗਏ। ਉੱਥੇ ਇੱਕ ਗ੍ਰੰਥੀ ਸਿੰਘ ਸਨ, ਉਹਨਾਂ ਦਾ ਨਾਂ ਸੀ ਭਾਈ ਦਲੀਪ ਸਿੰਘ। ਮਹਾਰਾਜ ਜੀ ਦੀ ਸੇਵਾ ਕਰਦੇ ਅਕਾਲੀ ਜੀ ਉੱਥੇ ਰਾਤ ਠਹਿਰੇ ਤੇ ਰਾਤ ਦਾ ਸਮਾਂ ਤਕਰੀਬਨ 12-12:30 ਵਜੇ ਤੇ ਅਕਾਲੀ ਜੀ ਬੜੇ ਕਾਹਲੇ ਜਿਹੇ ਪਏ ਹੋਏ ਗ੍ਰੰਥੀ ਸਿੰਘ ਜੀ ਦੇ ਕਮਰੇ 'ਚ ਗਏ। ਭਾਈ ਦਲੀਪ ਸਿੰਘ ਨੂੰ ਆਵਾਜ਼ ਮਾਰੀ, ਦਲੀਪ ਸਿੰਘ ਜੀ ਤਿਆਰ ਬਰ ਤਿਆਰ ਹੋਵੋ, ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰੋ। ਭਾਈ ਦਲੀਪ ਸਿੰਘ ਜੀ ਨੇ ਆਖਿਆ ਅਕਾਲੀ ਜੀ ਵੀ ਹਾਲੇ ਤਾਂ ਸਮਾਂ ਕਾਫੀ ਪਿਆ, ਵੀ 2-2:30 ਵਜੇ 3 ਵਜੇ ਸਵੇਰੇ ਕਰਾਂਗੇ ਪ੍ਰਕਾਸ਼। ਅਕਾਲੀ ਜੀ ਕਹਿੰਦੇ ਨਹੀਂ ਦਲੀਪ ਸਿੰਘ ਛੇਤੀ ਕਰ, ਤਿਆਰ ਬਰ ਤਿਆਰ ਹੋ ਤੇ ਮਹਾਰਾਜ ਜੀ ਦਾ ਪ੍ਰਕਾਸ਼ ਹੁਣੇ ਹੀ ਕਰੀਏ। ਅਕਾਲੀ ਜੀ ਨਾਲ ਗਏ
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸਰੂਪ ਦਾ ਪ੍ਰਕਾਸ਼ ਕੀਤਾ ਤੇ ਵਿੱਚ ਮਹਾਰਾਜ ਜੀ ਦਾ ਇੱਕ ਅੰਗ ਜਿਹੜਾ ਸੀ ਉਹ ਮੁੜਿਆ ਹੋਇਆ ਸੀ, ਜਿਵੇਂ ਸੁਖਾਸਣ ਵੇਲੇ ਕਾਹਲੀ 'ਚ ਧਿਆਨ ਨਾ ਕਰਦੇ ਆ, ਉਹ ਅੰਗ ਜਿਹੜਾ ਸੀ ਵਿੱਚ ਫੋਲਡ ਹੋਇਆ ਹੋਇਆ ਸੀ। ਤੇ ਅਕਾਲੀ ਜੀ ਨੇ ਮਹਾਰਾਜ ਜੀ ਦਾ ਅੰਗ ਸਿੱਧਾ ਕੀਤਾ ਤੇ ਦਲੀਪ ਸਿੰਘ ਨੂੰ ਆਖਿਆ, ਦਲੀਪ ਸਿੰਘ ਮਹਾਰਾਜ ਜੀ ਦਾ ਸੁਖਾਸਣ ਧਿਆਨ ਨਾਲ ਕਰਿਆ। ਉਹਨਾਂ ਨੂੰ ਕਿਵੇਂ ਕਮਰੇ ਵਿੱਚ ਬੈਠਿਆ ਇਸ ਨੂੰ ਅਨੁਭਵ ਕੀਤਾ। ਕਦੇ ਕੋਈ ਇਹ ਮਨ 'ਚ ਸਵਾਲ ਕਰੇ ਕਿ ਉਹਨਾਂ ਨੂੰ ਕਿਵੇਂ ਅਨੁਭਵ ਹੋਇਆ। ਉਹਨਾਂ ਨੂੰ ਅਨੁਭਵ ਹੋਇਆ ਕਿਉਂਕਿ ਉਹਨਾਂ ਦੀ ਅੰਦਰ ਦੀ ਬਿਰਤੀ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਮਿਕ ਹੋਈ ਹੋਈ ਹੈ। ਜਿਨ੍ਹਾਂ ਦਾ ਅੰਤਸ਼ਕਰਨ ਗੁਰੂ ਸਾਹਿਬ ਨਾਲ ਮਿਲ ਗਿਆ ਹੋਵੇ, ਗੁਰੂ ਸਾਹਿਬ ਨਾਲ ਇੱਕ ਮਿਕ ਹੋ ਗਈ ਹੋਵੇ ਸੁਰਤ, ਉਹ ਗੁਰੂ ਸਾਹਿਬ ਜੀ ਨੂੰ ਆਪਣੇ ਅੰਦਰ ਹੀ ਮਹਿਸੂਸ ਕਰਦੇ ਹੈ। ਖਾਲਸਾ ਜੀ, ਅਸੀਂ ਕਿਸੇ ਵਿਅਕਤੀ ਪ੍ਰਤੀ ਆਪਣੇ ਮਨ 'ਚ ਕੋਈ ਫੁਰਨਾ ਜਿਸ ਵੇਲੇ ਕਰਦੇ ਹਾਂ, ਐਨ ਉਸੇ ਮੌਕੇ ਤੇ ਉਸ ਵਿਅਕਤੀ ਦੇ ਮਨ ਵਿੱਚ ਵੀ ਸਾਡਾ ਕੋਈ ਫੁਰਨਾ ਚੱਲ ਰਿਹਾ ਹੁੰਦਾ। ਅਚਾਨਕ ਸਾਡੇ ਨਾਲ ਕਈ ਵਾਰੀ ਘਟਨਾ ਘਟਦੀ ਹੈ, ਕੋਈ ਫੋਨ ਕਰ ਦਿੰਦਾ ਹੈ, ਹਾਲੇ ਕੁਝ ਸਮਾਂ ਪਹਿਲਾਂ ਹੀ 1-2 ਮਿੰਟਾਂ ਦੇ ਵਿੱਚ ਮਨ 'ਚ ਉਹਦਾ ਖਿਆਲ ਆਉਂਦਾ ਤੇ ਫੋਨ ਆ ਜਾਂਦਾ ਤੇ ਅਸੀਂ ਕਹਿੰਦੇ ਹਾਂ ਤੈਨੂੰ ਹੁਣੇ ਹੀ ਯਾਦ ਕੀਤਾ ਸੀ ਤੇ ਇੱਕਦਮ ਤੇਰਾ ਫੋਨ ਆ ਗਿਆ। ਉਹ ਕਿਵੇਂ ਘਟਨਾ ਘਟਦੀ ਹੈ? ਸਾਡੀਆਂ ਜਿਹੜੀਆਂ ਸੁਰਤੀਆਂ ਨੇ ਉਹ ਮਿਲਦੀਆਂ ਨੇ। ਟੈਲੀਫੋਨ ਜਿਹੜੇ ਬਾਅਦ ਵਿੱਚ ਚੱਲੇ ਨੇ, ਟੈਲੀਪੈਥੀ ਤਾਂ ਬੜੀ ਪੁਰਾਣੀ ਚੱਲਦੀ ਆਉਂਦੀ। ਤੋ ਗੁਰੂ ਸਾਹਿਬ ਜੀ ਨਾਲ ਅਕਾਲੀ ਜੀ ਦਾ ਕਿਵੇਂ ਸੁਰ ਇੱਕਮਿਕਤਾ ਹੋਈ ਕਿ ਅੰਦਰ ਬੈਠਿਆਂ ਉਹਨਾਂ ਨੂੰ ਇਹ ਮਹਿਸੂਸ ਹੋਇਆ ਕਿ ਗੁਰੂ ਸਾਹਿਬ ਜੀ ਦਾ ਅੰਗ ਮੁੜਿਆ, ਗੁਰੂ ਸਾਹਿਬ ਦਾ ਧਿਆਨ ਹਿਰਦੇ ਵਿੱਚ ਸੀ। ਤੋ ਇੱਕ ਦਿਨ ਇਸੇ ਤਰ੍ਹਾਂ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਹੀ ਜ਼ਿਆਦਾ ਅਕਾਲੀ ਜੀ ਆਸਣ ਰੱਖਦੇ, ਇੱਕ ਗੁਰੂ ਘਰ ਵਿੱਚ ਟਿਕੇ ਹੋਏ ਤੇ ਰਾਤ ਦਾ ਸਮਾਂ ਸਵੇਰਾ ਅੰਮ੍ਰਿਤ ਵੇਲੇ ਇਸ਼ਨਾਨ ਪਾਨ ਕਰਕੇ ਅਕਾਲੀ ਜੀ ਦਾ ਬਿਸਤਰਾ ਅੰਦਰ ਦਰਬਾਰ 'ਚ ਹੀ ਲੱਗਾ ਹੋਇਆ ਤੇ ਪਿੱਛੇ ਸਰਦੀਆਂ ਦੇ ਦਿਨ ਸੀ ਤੇ ਲਾਈਟਾਂ ਦਾ ਅੱਜ ਵਾਂਗੂ ਪ੍ਰਬੰਧ ਘੱਟ ਸੀ। ਤੇ ਇੱਕ ਸਿੰਘ ਆਇਆ ਤਬਲੇ ਤੇ, ਰਾਗੀ ਸਿੰਘ ਦਰਬਾਰ 'ਚ ਆਏ ਤੇ ਤਬਲੇ ਵਾਲਾ ਸਿੰਘ ਆਇਆ, ਉਹਨੇ ਆਸਾ ਜੀ ਦੀ ਵਾਰ ਦਾ ਕੀਰਤਨ ਸ਼ਬਦ ਪੜ੍ਹਨੇ ਸ਼ੁਰੂ ਕਰ ਦਿੱਤੇ। ਜਿਹੜਾ ਹੈਡ ਰਾਗੀ ਸੀ ਸਿੰਘ, ਉਹ ਬਾਅਦ ਵਿੱਚ ਪਹੁੰਚਿਆ ਤੇ ਉਹਨੇ ਆਖਿਆ ਵੀ ਸੰਗਤ ਆਈ ਨਹੀਂ, ਵੀ ਹਾਲੇ ਤੂੰ ਹੁਣੇ ਕੀਰਤਨ ਸ਼ੁਰੂ ਕਰਤਾ, ਵੀ ਸੰਗਤ ਆ ਜਾਏਗੀ ਫਿਰ ਆਪਾਂ ਕੀਰਤਨ ਸ਼ੁਰੂ ਕਰਾਂਗੇ। ਤੇ ਉਹ ਕਹੇ ਨਹੀਂ ਜੀ ਹੁਣ ਮੈਂ ਸ਼ੁਰੂ ਕਰਤਾ, ਵੀ ਆਪਾਂ ਆਰੰਭ ਕਰੀ। ਉਹ ਕਹਿੰਦਾ ਨਹੀਂ, ਸੰਗਤ ਆਵੇਗੀ ਫਿਰ ਕਰਾਂਗੇ। ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਪਿੱਛੇ ਹਨੇਰੇ 'ਚ ਅਕਾਲੀ ਜੀ ਚੌਂਕੜਾ ਲਾ ਕੇ ਬੈਠੇ ਆ। ਤੇ ਅਕਾਲੀ ਜੀ ਦੀ ਆਵਾਜ਼ ਆਈ, ਆਖਿਆ ਰਾਗੀ ਸਿੰਘ ਜੀ ਸੰਗਤ ਨਹੀਂ ਆਈ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਤਾਂ ਆਏ ਬੈਠੇ ਐ, ਉਹਨਾਂ ਨੂੰ ਸੁਣਾ ਲਓ। ਇੱਕਦਮ ਪਿੱਛੇ ਜਗ੍ਹਾ ਗਈ ਤੇ ਆਵਾਜ਼ ਅਕਾਲੀ ਜੀ ਦੀ ਸੀ। ਇੱਕਦਮ ਰਾਗੀ ਸਿੰਘ ਜੀ ਨੇ ਆਖਿਆ, ਮਹਾਰਾਜ ਜੀ ਸਤ ਬਚਨ, ਸਤਿਗੁਰਾਂ ਦੀ ਬਾਣੀ ਦਾ ਕੀਰਤਨ ਆਰੰਭ ਕਰ ਦਿੱਤਾ। ਯਾਨੀ ਕਿ ਇਹੋ ਜਿਹੇ ਭਾਵ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਅਕਾਲੀ ਜੀ ਦੇ ਹਿਰਦੇ ਵਿੱਚ। ਡਾਕਟਰ ਭਾਈ ਵੀਰ ਸਿੰਘ ਜੀ, ਭਾਈ ਕਾਹਨ ਸਿੰਘ ਜੀ ਨਾਭੇ ਵਰਗੇ ਵਿਦਵਾਨ, ਉਹ ਅਕਾਲੀ ਜੀ ਨੂੰ ਜਦੋਂ ਤੱਕ ਪੰਥ ਦਾ ਕੋਈ ਵੀ ਗੁਰਮਤਾ ਹੁੰਦਾ ਸੀ, ਅਕਾਲੀ ਕੌਰ ਸਿੰਘ ਜੀ ਦੀ ਸਹੀ ਨਹੀਂ ਸੀ ਪੈ ਜਾਂਦੀ ਉਸ ਮਤੇ ਤੇ, ਉਦੋਂ ਤੱਕ ਉਹ ਮਤਾ ਪ੍ਰਵਾਨ ਨਹੀਂ ਸੀ ਕੀਤਾ ਜਾਂਦਾ ਪੰਥ ਵਿੱਚ ਕਿ ਪਹਿਲਾਂ ਅਕਾਲੀ ਜੀ ਆਉਣਗੇ, ਉਹਨਾਂ ਦੀ ਸਲਾਹ ਲਈ ਜਾਏਗੀ, ਫਿਰ ਇਹ ਮਤਾ ਸਾਰੇ ਪੰਥ 'ਚ ਪ੍ਰਵਾਨ ਹੋਵੇਗਾ। ਇਹੋ ਜਿਹੇ ਉੱਚੇ ਅਖਲਾਕ ਦੇ ਧਾਰਨੀ ਅਕਾਲੀ ਕੌਰ ਸਿੰਘ ਜੀ। ਤੇ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜਿੱਥੇ ਆਪਾਂ ਬੈਠੇ ਆ, ਉਹਨਾਂ ਨੇ ਅਖੀਰਲਾ ਸਮਾਂ ਜਿਹੜਾ ਅੱਜ ਦਾ ਦਿਨ ਹੈ ਨਾ 23 ਫਰਵਰੀ ਦਾ, ਅੱਜ ਦੇ ਦਿਨ ਅਕਾਲੀ ਜੀ ਨੇ ਇਸੇ ਅਸਥਾਨ ਦੇ ਉੱਤੇ ਆਪਣੇ ਅਖੀਰਲੇ ਸਵਾਸ ਲਏ। ਰਾਤ ਦਾ ਸਮਾਂ ਸੀ, 8:10 ਦਾ ਸਮਾਂ ਸੀ। ਅਕਾਲੀ ਜੀ ਕਿਉਂਕਿ ਅਧਰੰਗ ਦਾ ਅਟੈਕ ਹੋ ਗਿਆ, ਕਾਫੀ ਦਿਨ ਢਿੱਲੇ ਰਹੇ, ਰਜਿੰਦਰਾ ਹਸਪਤਾਲ ਦੇ ਵਿੱਚ ਦਾਖਲ ਰਹੇ। ਉੱਥੇ ਕੁਝ ਸਰੀਰ ਠੀਕ ਹੋਇਆ, ਵਾਪਸ ਆ ਗਏ। ਫਿਰ ਇੱਕ ਦਿਨ BP ਵਧਿਆ, ਅਧਰੰਗ ਦਾ ਦੂਸਰਾ ਅਟੈਕ ਆਇਆ ਤੇ ਇੱਕ ਪਾਸਾ ਅਕਾਲੀ ਜੀ ਦਾ ਰੁਕ ਗਿਆ। ਪਰ ਉਸ ਵੇਲੇ ਜਿਹੜੇ ਸਿੰਘ ਕੈਂਪ ਦੇ ਵਿੱਚ ਸਨ, ਉਹਨਾਂ ਪ੍ਰਤੀ ਉਹ ਬੜੇ ਚਿੰਤਤ ਸੀ ਕਿ ਸਰਦੀਆਂ ਦੇ ਦਿਨ ਨੇ, ਉਹਨਾਂ ਵਾਸਤੇ ਕੱਪੜਿਆਂ ਦਾ, ਵਸਤਰਾਂ ਦਾ ਪ੍ਰਬੰਧ ਨਹੀਂ ਸੀ। ਉਹਦੇ ਵਾਸਤੇ ਫਿਰ ਚਿੱਠੀ, ਮਾੜਾ ਜਿਹਾ ਸਰੀਰ ਠੀਕ ਹੁੰਦਾ ਸੀ, ਚਿੱਠੀ ਪੱਤਰ ਦੁਆਰਾ ਫਿਰ ਸ਼ੁਰੂ ਕਰ ਦਿੰਦੇ ਕੰਮ। ਪਰ ਅਖੀਰ ਨੂੰ ਅੱਜ ਦੇ ਦਿਨ ਉਹਨਾਂ ਦੇ ਨਾਲ ਦੇ ਜਿਹੜੇ ਸਾਥੀ ਆ ਉਹ ਦੱਸਦੇ ਆ ਕਿ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਕੰਪਲੈਕਸ ਵਿੱਚ ਹੀ
ਉਹਨਾਂ ਨੇ ਅੱਜ ਦੇ ਦਿਨ 8:10 ਦੇ ਉੱਤੇ ਅਖੀਰਲੇ ਸਮੇਂ 3 ਵਾਰੀ ਪਹਿਲਾਂ ਕਿਹਾ ਵਾਹਿਗੁਰੂ। ਜਦੋਂ ਚੌਥੀ ਵਾਰੀ ਕਿਹਾ ਨਾ ਵਾਹੇ, ਤੇ ਗੁਰੂ ਸ਼ਬਦ ਹਾਲੇ ਮੁਖੋਂ ਨਹੀਂ ਸੀ ਨਿਕਲਿਆ, ਤਾਂ ਉਸ ਗੁਰੂ ਸ਼ਬਦ ਵਿੱਚ ਉਹਨਾਂ ਦੀ ਸੁਰਤ ਜਾ ਕੇ ਟਿਕ ਗਈ ਤੇ ਸਵਾਸ ਤਿਆਗ ਕੇ ਸੱਚਖੰਡ ਚਲੇ ਗਏ। ਇਹ ਗੁਰਮੁਖਾਂ ਦੀ ਮਰਣੀ ਹੈ ਗੁਰੂ ਖਾਲਸਾ ਜੀ, ਇਹਨੂੰ ਸਹਿਲਾ ਮਰਣਾ ਕਹਿੰਦੇ ਆ। ਗੁਰੂ ਸ਼ਬਦ ਕਹਿੰਦੇ ਆ ਉਸੇ ਗੁਰੂ ਸਾਹਿਬ ਦੇ ਸਰੂਪ ਵਿੱਚ ਜਾ ਕੇ ਇੱਕ ਮਿਕ ਹੋ ਗਏ। ਇਹੋ ਜਿਹੇ ਮਹਾਂਪੁਰਸ਼ ਅਕਾਲੀ ਕੌਰ ਸਿੰਘ ਜੀ, ਜਿਨ੍ਹਾਂ ਨੂੰ ਅੱਜ ਆਪਾਂ ਇਹ ਕਹਿ ਸਕਦੇ ਹਾਂ ਵੀ ਪੰਥ ਨੇ ਵਿਸਾਰਿਆ ਹੋਇਆ, ਇਹ ਕਹਿਣ ਦੇ ਵਿੱਚ ਮੈਂ ਗੁਰੇਜ਼ ਨਹੀਂ ਕਰਾਂਗਾ। ਜਿਨ੍ਹਾਂ ਨੇ ਇੰਨੇ ਵੱਡੇ ਭਾਰੀ ਯੋਗਦਾਨ ਪਾਏ ਪੰਥ ਦੀਆਂ ਸੇਵਾਵਾਂ ਵਿੱਚ, ਤੇ ਪੰਥਕ ਮਜਲਸਾਂ ਦੇ ਵਿੱਚ ਉਹਨਾਂ ਦੀ ਗੱਲ, ਉਹਨਾਂ ਦਾ ਜ਼ਿਕਰ ਨਾ ਹੋਣਾ ਇੱਕ ਨਮੋਸ਼ੀ ਦੀ ਬਾਤ ਹੈ। ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਜੀ ਵਡੂੰਗਰ, ਉਹਨਾਂ ਨੇ ਬੜਾ ਉਦਮ ਕੀਤਾ। ਕੁਝ ਸਾਲ ਪਹਿਲਾਂ ਜਦੋਂ ਉਹਨਾਂ ਦੇ ਪਾਸ ਸੇਵਾ ਸੀ, ਉਹਨਾਂ ਨੇ ਅਕਾਲੀ ਜੀ ਦੇ ਨਾਂ ਦੇ ਉੱਤੇ ਬਕਾਇਦਾ ਇੱਕ ਲਾਇਬ੍ਰੇਰੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਸਥਾਪਿਤ ਕੀਤੀ ਹੈ, ਜਿਹਦੇ ਆਪਾਂ ਦਰਸ਼ਨ ਕਰਦੇ ਹਾਂ। ਬਹੁਤ ਸਾਰੀਆਂ ਪੁਸਤਕਾਂ ਨੇ ਉੱਥੋਂ ਸੰਗਤਾਂ ਲਾਭ ਉਠਾਉਂਦੀਆਂ ਨੇ। ਔਰ ਅਕਾਲੀ ਜੀ ਦਾ ਜਿਹੜਾ ਇਹ ਦਿਨ ਮਨਾਉਣ ਦੀ ਪ੍ਰੇਰਨਾ, ਇਹ ਵੀ ਉਹਨਾਂ ਦੇ ਸਮੇਂ ਤੋਂ ਉਹਨਾਂ ਨੇ ਚਲਾਈ। ਤੇ ਪੰਥਕ ਰੂਪ ਦੇ ਵਿੱਚ ਸਾਰਿਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਦਮ ਕੀਤਾ ਕਿ ਅੱਜ ਅਕਾਲੀ ਜੀ ਦਾ ਆਪਾਂ ਸਾਰੇ ਦਿਨ ਮਨਾ ਰਹੇ ਹਾਂ, ਉਹਨਾਂ ਦੀ ਯਾਦ ਮਨਾ ਰਹੇ ਹਾਂ। ਔਰ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰੀਏ ਕਿ ਮਹਾਰਾਜ ਜੀ ਇਹੋ ਜਿਹੇ ਆਪ ਜੀ ਦੇ ਗੁਰਮੁਖ ਪਿਆਰੇ। ਅਸਲ ਵਿੱਚ ਅਕਾਲੀ ਸ਼ਬਦ ਦੇ ਜਿਹੜੇ ਮਾਇਨੇ ਨੇ, ਉਹ ਅਕਾਲੀ ਕੌਰ ਸਿੰਘ ਜੀ ਦੇ ਜੀਵਨ ਤੋਂ ਸਿੱਧ ਹੋ ਜਾਂਦੇ ਨੇ ਵੀ ਇੱਕ ਅਕਾਲੀ ਦਾ ਜੀਵਨ, ਇੱਕ ਨਿਹੰਗ ਸਿੰਘ ਦਾ ਜੀਵਨ ਕਿਸ ਤਰ੍ਹਾਂ ਦਾ ਹੁੰਦਾ, ਉਹ ਅਕਾਲੀ ਕੌਰ ਸਿੰਘ ਜੀ ਦੇ ਜੀਵਨ ਤੋਂ ਪਤਾ ਲੱਗ ਜਾਂਦਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਅਕਾਲੀ ਜੀ ਦੀ ਜੀਵਨੀ ਛਪੀ ਮਿਲਦੀ ਹੈ, ਤੇ ਇੱਕ ਟਰੈਕਟ ਦੇ ਰੂਪ ਦੇ ਵਿੱਚ ਆਪਣੇ ਕੋਲ ਵੀ ਇੱਥੇ ਲਾਇਬ੍ਰੇਰੀ ਵਿੱਚ ਹੈ। ਸਾਰਿਆਂ ਨੂੰ ਲੈ ਕੇ ਪੜ੍ਹਨੀ ਚਾਹੀਦੀ ਹੈ। ਉਹਨਾਂ ਦੇ ਜੀਵਨ ਤੋਂ, ਉਹਨਾਂ ਦੇ ਇਤਿਹਾਸ ਤੋਂ ਸਾਨੂੰ ਸਾਰਿਆਂ ਨੂੰ ਜਾਣੂ ਹੋਣਾ ਚਾਹੀਦਾ। ਗੁਰੂ ਸਾਹਿਬ ਕਿਰਪਾ ਕਰਨ ਇਹੋ ਜਿਹੇ ਮਹਾਂਪੁਰਸ਼ਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦੀ ਸਤਿਗੁਰੂ ਜੀ ਸਾਨੂੰ ਬਲ ਬੁੱਧੀ ਔਰ ਪ੍ਰੇਰਨਾ ਬਖਸ਼ਿਸ਼ ਕਰਨ, ਔਰ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਆਪਣਾ ਤਰਸ ਕਰਨ। ਇਤਨੀਆਂ ਬੇਨਤੀਆਂ ਸਮੂਹ ਸੰਗਤ ਨੇ ਪ੍ਰਵਾਨ ਕਰ ਲਈਆਂ। ਗੁਰੂ ਕੀ ਸੰਗਤ ਵਿੱਚ ਉਚੇਚੇ ਤੌਰ ਤੇ ਸਿੰਘ ਸਾਹਿਬ ਗਿਆਨੀ ਪ੍ਰਨਾਮ ਸਿੰਘ ਜੀ ਹੈਡ ਗ੍ਰੰਥੀ ਸਾਹਿਬ ਹਾਜ਼ਰੀਆਂ ਭਰ ਰਹੇ ਨੇ। ਸਰਦਾਰ ਭਗਵੰਤ ਸਿੰਘ ਜੀ ਮੈਨੇਜਰ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਹਾਜ਼ਰੀਆਂ ਭਰ ਰਹੇ ਨੇ। ਐਡੀਸ਼ਨਲ ਮੈਨੇਜਰ ਸਰਦਾਰ ਕਰਨੈਲ ਸਿੰਘ ਜੀ ਸੰਗਤ ਵਿੱਚ ਹਾਜ਼ਰੀਆਂ ਭਰ ਰਹੇ ਹਨ। ਇਸੇ ਤਰ੍ਹਾਂ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਗ੍ਰੰਥੀ ਸਾਹਿਬਾਨ ਉਹ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰ ਰਹੇ ਨੇ। ਸਾਰਿਆਂ ਨੂੰ ਜੀਓ ਆਇਆਂ। ਗੁਰੂ ਸਾਹਿਬ ਕਿਰਪਾ ਕਰਨ। ਲਾਗ ਤੇ ਦੀਵਾਨ ਰਹਿ, ਗਾਵ ਤੇ ਸੁਜਾਨ ਰਹਿ, ਝੂਲ ਤੇ ਨਿਸ਼ਾਨ ਰਹਿ, ਪੰਥ ਮਹਾਰਾਜ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਰਾਗੀ ਸਿੰਘਾਂ ਪਾਸੋਂ ਆਪਾਂ ਹੁਣ ਇੱਕ ਸ਼ਬਦ ਸੂਖਮ ਰੂਪ ਦੇ ਵਿੱਚ ਉਪਰੰਤ ਆਨੰਦ ਸਾਹਿਬ ਜੀ ਦਾ ਪਾਠ ਸਰਵਣ ਕਰਕੇ ਗੁਰੂ ਚਰਨਾਂ 'ਚ ਅਰਦਾਸ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ